ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਪ੍ਰੋਗਰਾਮ ਵਿੱਚ ਗੱਲਬਾਤ ਕਰਾਂਗੇ ਅਮਰੀਕਾ ਦੀਆਂ ਖਾਸ ਖਬਰਾਂ ਦੀ ਨਜ਼ਰ ਮਾਰਦੇ ਇਹਨਾਂ ਖਬਰਾਂ ਉੱਪਰ। ਇਲੀਗਲ ਇਮੀਗ੍ਰੈਂਟਸ ਬਾਰੇ ਇੱਕ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਬਾਰਡਰ ਅਧਿਕਾਰੀਆਂ ਵੱਲੋਂ ਇੱਕ ਅੰਕੜਾ ਪੇਸ਼ ਕੀਤਾ ਗਿਆ ਜਿਸ ਵਿੱਚ ਦੱਸਿਆ ਗਿਆ ਕਿ ਇਲੀਗਲ ਇਮੀਗ੍ਰੈਂਟਸ ਵੱਲੋਂ ਕ੍ਰਾਈਮ ਨੂੰ ਵਧਾਇਆ ਗਿਆ ਹੈ। ਬਹੁਤ ਸਾਰੇ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਇਲੀਗਲ ਇਮੀਗ੍ਰੈਂਟਸ ਵੱਲੋਂ ਅੰਜਾਮ ਦਿੱਤਾ ਗਿਆ। ਇਸ ਬਾਰੇ ਰਿਪੋਰਟ ਵਿੱਚ ਜਾਣਕਾਰੀ ਦਿੱਤੀ ਗਈ। ਦੱਸਿਆ ਗਿਆ ਹੈ ਕਿ 2021 ਵਿੱਚ ਇਹਨਾਂ ਮਾਮਲਿਆਂ ਅੰਦਰ ਵਾਧਾ ਦਰਜ ਕੀਤਾ ਗਿਆ ਜੋ ਕਿ ਪਿਛਲੇ ਸਾਲ 2020 ਦੌਰਾਨ ਘੱਟ ਹੋਏ ਸਨ। ਇਲੀਗਲ ਇਮੀਗ੍ਰੈਂਟਸ ਬਾਰੇ ਅਮਰੀਕਾ ਤੋਂ ਇੱਕ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਪਤਾ ਚੱਲਿਆ ਕਿ 2021 ਦੌਰਾਨ ਇਹਨਾਂ ਇਲੀਗਲ ਇਮੀਗ੍ਰੈਂਟਸ ਵੱਲੋਂ ਕੀਤੇ ਜਾਣ ਵਾਲੇ ਕ੍ਰਾਈਮ ਵਿੱਚ ਪਹਿਲਾਂ ਦੇ ਮੁਕਾਬਲੇ ਵਾਧਾ ਦਰਜ ਕੀਤਾ ਗਿਆ, ਜਦਕਿ ਪਿਛਲੇ ਸਾਲ ਇਸ ਕ੍ਰਾਈਮ ਵਿੱਚ ਗਿਰਾਵਟ ਦਰਜ ਕੀਤੀ ਗਈ ਸੀ। ਹੁਣ ਇਸ ਬਾਰੇ US ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਵੱਲੋਂ ਜਿਹੜਾ ਅੰਕੜਾ ਸਾਂਝਾ ਕੀਤਾ ਗਿਆ ਉਸ ਨੂੰ ਦੇਖ ਕੇ ਪਤਾ ਚੱਲਦਾ ਹੈ ਕਿ 2021 ਦੌਰਾਨ ਇਲੀਗਲ ਇਮੀਗ੍ਰੈਂਟਸ ਵੱਲੋਂ ਕੀਤੇ ਗਏ ਹੋਮਿਸਾਈਡ, ਅਸੌਲਟ, ਡੋਮੈਸਟਿਕ ਵਾਇਲੈਂਸ, ਇਲੀਗਲ ਵੈਪਨ ਪੋਜੈਸ਼ਨ ਅਤੇ ਹੋਰ ਕਈ ਤਰ੍ਹਾਂ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਇਸ ਰਿਪੋਰਟ ਵਿੱਚ ਦੱਸਿਆ ਗਿਆ ਕਿ ਇਲੀਗਲ ਇਮੀਗ੍ਰੈਂਟਸ ਵੱਲੋਂ 1178 ਅਸੌਲਟ ਤੇ ਡੋਮੈਸਟਿਕ ਵਾਇਲੈਂਸ ਕ੍ਰਾਈਮ ਨੂੰ ਵਾਧਾ ਦਿੱਤਾ ਗਿਆ, ਜਿਸ ਦਾ ਮਤਲਬ ਹੈ ਕਿ 2020 ਵਿੱਚ ਜੋ ਗਿਣਤੀ ਘੱਟ ਸੀ 2021 ਵਿੱਚ ਉਸ ਨਾਲੋਂ ਵੱਧ ਦਰਜ ਕੀਤੀ ਗਈ ਹੈ। 2021 ਦੌਰਾਨ ਇਹਨਾਂ ਇਮੀਗ੍ਰੈਂਟਸ ਵੱਲੋਂ 60 ਹੋਮਿਸਾਈਡ ਦੇ ਮਾਮਲਿਆਂ ਨੂੰ ਵੀ ਅੰਜਾਮ ਦਿੱਤਾ ਗਿਆ। ਨਸ਼ੇ ਨਾਲ ਜੁੜੀਆਂ ਹੋਈਆਂ ਗਤੀਵਿਧੀਆਂ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ। ਅੰਕੜਾ ਦੱਸਦਾ ਹੈ ਕਿ ਬਾਰਡਰ ਪੈਟਰੋਲ ਏਜੰਟਸ ਵੱਲੋਂ 2020 ਦੌਰਾਨ 2438 ਕ੍ਰਿਮੀਨਲ ਹਿਰਾਸਤ ਵਿੱਚ ਲਏ ਗਏ ਸਨ। 2019 ਵਿੱਚ ਇਹ ਅੰਕੜਾ 4269 ਅਤੇ 2018 ਵਿੱਚ 6698 ਦਾ ਸਾਂਝਾ ਕੀਤਾ ਗਿਆ ਹੈ। UK ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਵੱਲੋਂ ਆਪਣੇ ਅਹੁਦੇ ਤੋਂ ਅਸਤੀਫੇ ਦਾ ਐਲਾਨ ਕਰ ਦਿੱਤਾ ਗਿਆ। ਜਦੋਂ ਤੱਕ ਨਵੇਂ ਲੀਡਰ ਦੀ ਚੋਣ ਨਹੀਂ ਹੋ ਜਾਂਦੀ ਉਹ ਆਪਣੇ ਅਹੁਦੇ ਉੱਪਰ ਰਹਿਣਗੇ। ਦੱਸ ਦਈਏ ਕਿ ਪਿਛਲੇ ਦਿਨੀ ਖਬਰ ਸਾਹਮਣੇ ਆਈ ਸੀ ਕਿ UK ਦਾ ਸਿਆਸੀ ਸੰਕਟ ਕਾਫੀ ਡੂੰਘਾ ਹੋ ਰਿਹਾ ਹੈ ਤੇ ਅੱਜ ਖਬਰ ਸਾਹਮਣੇ ਆਈ ਹੈ ਕਿ ਬੋਰਿਸ ਜੌਨਸਨ ਵੱਲੋਂ ਹੁਣ ਅਸਤੀਫੇ ਦਾ ਐਲਾਨ ਕਰ ਦਿੱਤਾ ਗਿਆ। ਆਖਿਰਕਾਰ ਇਸ ਅਸਤੀਫੇ ਦੇ ਕੀ ਕਾਰਨ ਸਨ, ਇਹ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਇੰਗਲੈਂਡ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਪ੍ਰਧਾਨ ਮੰਤਰੀ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ। ਜੀ ਹਾਂ, ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਵੱਲੋਂ ਅਸਤੀਫਾ ਦਿੱਤਾ ਗਿਆ ਹੈ। ਜਦੋਂ ਤੱਕ ਨਵੇਂ ਲੀਡਰ ਦੀ ਚੋਣ ਨਹੀਂ ਹੋ ਜਾਂਦੀ ਉਹ ਆਪਣੇ ਅਹੁਦੇ ਤੇ ਬਰਕਰਾਰ ਰਹਿਣਗੇ। ਆਪਣੇ ਅਹੁਦੇ ਤੋਂ ਅਸਤੀਫਾ ਦਿੰਦਿਆਂ ਜੌਨਸਨ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਉਹਨਾਂ ਕਿਹਾ ਕਿ ਹੁਣ ਨਵਾਂ ਲੀਡਰ ਚੁਣਨ ਦਾ ਪ੍ਰੋਸੈਸ ਸ਼ੁਰੂ ਹੋਣਾ ਚਾਹੀਦਾ ਹੈ ਤੇ ਨਵਾਂ ਲੀਡਰ ਚੁਣੇ ਜਾਣ ਤੱਕ ਮੈਂ ਅਹੁਦੇ ਤੇ ਰਹਾਂਗਾ। ਇਸ ਕਾਰਨ ਅੱਜ ਮੈਂ ਕੈਬਨਿਟ ਨਿਯੁਕਤ ਕੀਤੀ ਹੈ। ਹੁਣ ਕੰਜ਼ਰਵੇਟਿਵ ਪਾਰਟੀ ਇੱਕ ਨਵਾਂ ਲੀਡਰ ਚੁਣੇਗੀ ਅਤੇ ਇਸ ਵਿੱਚ ਕੁਝ ਹਫ਼ਤੇ ਜਾਂ ਫਿਰ ਮਹੀਨੇ ਵੀ ਲੱਗ ਸਕਦੇ ਨੇ। ਜੌਨਸਨ ਵੱਲੋਂ ਆਪਣੇ ਸੰਬੋਧਨ ਵਿੱਚ ਕਿਹਾ ਗਿਆ ਕਿ ਉਹਨਾਂ ਨੂੰ ਇਹ ਅਹੁਦਾ ਛੱਡਣ ਦਾ ਯਕੀਨਨ ਦੁੱਖ ਹੈ, ਪਰ ਪਾਰਟੀ ਦੀ ਇਹੀ ਇੱਛਾ ਹੈ ਕਿ ਹੁਣ ਨਵਾਂ ਲੀਡਰ ਹੋਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਜੋ ਵੀ ਨਵਾਂ ਲੀਡਰ ਹੋਵੇਗਾ ਉਹ ਉਸ ਨੂੰ ਪੂਰਾ ਸਮਰਥਨ ਦੇਣਗੇ। ਬੋਰਿਸ ਜੌਨਸਨ 2.5 ਸਾਲ ਪਹਿਲਾਂ 2019 ਵਿੱਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣੇ ਸਨ। ਇਹ ਖਬਰ ਸਾਹਮਣੇ ਆਉਣ ਤੋਂ ਬਾਅਦ ਲੇਬਰ ਲੀਡਰ ਵੱਲੋਂ ਵੀ ਕਿਹਾ ਗਿਆ ਕਿ ਜੌਨਸਨ ਨੂੰ ਦੇਰੀ ਨਹੀਂ ਕਰਨੀ ਚਾਹੀਦੀ। ਮੁੱਖ ਵਿਰੋਧੀ ਲੇਬਰ ਪਾਰਟੀ ਦੇ ਲੀਡਰ ਵੱਲੋਂ ਐਲਾਨ ਤੋਂ ਪਹਿਲਾਂ ਕਿਹਾ ਗਿਆ ਸੀ ਕਿ ਜੇਕਰ ਕੰਜ਼ਰਵੇਟਿਵ ਜੌਨਸਨ ਨੂੰ ਨਹੀਂ ਹਟਾਉਂਦੇ ਤਾਂ ਉਹ ਪਾਰਲੀਮੈਂਟ ਵਿੱਚ ਵਿਸ਼ਵਾਸ ਮਤਾ ਪੇਸ਼ ਕਰਨਗੇ। ਫਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਬੋਰਿਸ ਦੀ ਪਾਰਟੀ ਵਿੱਚ ਜ਼ਿਆਦਾਤਰ ਲੋਕ ਉਹਨਾਂ ਨੂੰ ਨਿਗਰਾਨ ਪ੍ਰਧਾਨ ਮੰਤਰੀ ਵਜੋਂ ਸਮਰਥਨ ਦੇਣਗੇ ਜਾਂ ਫਿਰ ਨਹੀਂ, ਪਰ ਵਿਦੇਸ਼ ਸਕੱਤਰ ਲਿਜ਼ ਉਹਨਾਂ ਨੂੰ ਸਪੋਰਟ ਦਿੰਦੀ ਪ੍ਰਤੀਤ ਹੋਈ ਹੈ। ਲਿਜ਼ ਵੱਲੋਂ ਟਵੀਟ ਕੀਤਾ ਗਿਆ ਜਿਸ ਵਿੱਚ ਉਹਨਾਂ ਲਿਖਿਆ ਕਿ ਸਾਨੂੰ ਨਵਾਂ ਲੀਡਰ ਚੁਣੇ ਜਾਣ ਤੱਕ ਸਰਕਾਰ ਚਲਾਉਂਦੇ ਰਹਿਣ ਵਾਸਤੇ ਸਹਿਜਤਾ ਅਤੇ ਇਕਜੁੱਟਤਾ ਦੀ ਜ਼ਰੂਰਤ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਿਰਕਾਰ ਬੋਰਿਸ ਜੌਨਸਨ ਵੱਲੋਂ ਅਸਤੀਫਾ ਕਿਉਂ ਦਿੱਤਾ ਗਿਆ, ਇਸ ਅਸਤੀਫੇ ਦੇ ਕੀ ਕਾਰਨ ਬਣੇ। ਵਿਵਾਦਾਂ ਵਿੱਚ ਘਿਰੀ ਜੌਨਸਨ ਸਰਕਾਰ ਦੇ 50 ਤੋਂ ਵੱਧ ਮੰਤਰੀ ਅਸਤੀਫਾ ਦੇ ਚੁੱਕੇ ਨੇ। ਬੁੱਧਵਾਰ ਨੂੰ ਜੌਨਸਨ ਦੀ ਕੈਬਨਿਟ ਵਿੱਚ ਸਿਹਤ ਮੰਤਰੀ ਅਤੇ ਵਿੱਤ ਮੰਤਰੀ ਵੱਲੋਂ ਅਸਤੀਫਾ ਦੇ ਦਿੱਤਾ ਗਿਆ। ਬੋਰਿਸ ਜੌਨਸਨ ਪਿਛਲੇ ਕਾਫੀ ਸਮੇਂ ਤੋਂ ਇੱਕ ਤੋਂ ਬਾਅਦ ਇੱਕ ਵਿਵਾਦ ਵਿੱਚ ਘਿਰੇ ਹੋਏ ਦਿਖਾਈ ਦਿੱਤੇ, ਜਿਸ ਵਿੱਚ ਲਾਕਡਾਊਨ ਦੌਰਾਨ ਪਾਰਟੀ ਕਰਨਾ ਸ਼ਾਮਲ ਸੀ ਜਿੱਥੇ ਕੋਵਿਡ ਨਿਯਮਾਂ ਦਾ ਉਲੰਘਣ ਕੀਤਾ ਗਿਆ। ਇਸ ਤੋਂ ਬਾਅਦ ਉਹਨਾਂ ਨੂੰ ਜੁਰਮਾਨਾ ਵੀ ਲੱਗਾ, ਪਰ ਸਭ ਤੋਂ ਵੱਧ ਮਸਲਾ ਚੀਫ ਵਿਪ ਦੀ ਨਿਯੁਕਤੀ ਕਰਕੇ ਛਿੜਿਆ। ਬੋਰਿਸ ਤੇ ਇਲਜ਼ਾਮ ਲਗਾਇਆ ਸੀ ਕਿ ਕ੍ਰਿਸ ਖਿਲਾਫ ਜਿਨਸੀ ਸ਼ੋਸ਼ਣ ਦੇ ਮਾਮਲੇ ਬਾਰੇ ਜਾਣੂ ਹੋਣ ਤੋਂ ਬਾਅਦ ਵੀ ਉਹਨਾਂ ਵੱਲੋਂ ਇਸ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਤੇ ਉਹਨਾਂ ਨੇ ਵਿਪ ਨੂੰ ਅਪਾਇੰਟ ਕੀਤਾ। ਇਸ ਤੋਂ ਬਾਅਦ ਉਹਨਾਂ ਵੱਲੋਂ ਮੁਆਫੀ ਵੀ ਮੰਗੀ ਗਈ ਸੀ ਤੇ ਹੁਣ ਬੋਰਿਸ ਜੌਨਸਨ ਵੱਲੋਂ ਆਪਣੇ ਅਹੁਦੇ ਤੋਂ ਹੀ ਅਸਤੀਫਾ ਦੇ ਦਿੱਤਾ ਗਿਆ ਹੈ। And the reason I have fought so hard in the last few days to continue to deliver that mandate in person
was not just because I wanted to do so, but because I felt it was my job, my duty, my obligation to you to continue to do what we promised in 2019. And of course, I'm immensely proud of the achievements of this government, from getting Brexit done to settling our relations with the continent for over half a century, reclaiming the power for this country to make its own laws in Parliament, getting us all through the pandemic, delivering the fastest vaccine rollout in Europe, the fastest exit from lockdown, and in the last few months, leading the West in standing up to Putin's aggression in Ukraine. ਇੱਕ ਪਿਤਾ ਦੀ ਮੌਤ ਤੋਂ ਬਾਅਦ 3 ਬੱਚੇ ਅਤੇ ਮਾਂ ਦੀ ਮੌਤ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਪੁਲਿਸ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਵਿਅਕਤੀ ਨੂੰ ਗੋਲੀ ਲੱਗੀ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਤੇ ਬਾਅਦ ਦੇ ਵਿੱਚ 3 ਜਾਣਿਆਂ ਦੀ ਮੌਤ ਡੁੱਬਣ ਦੇ ਕਾਰਨ ਦੱਸੀ ਜਾ ਰਹੀ ਹੈ। ਹੁਣ ਪੁਲਿਸ ਇਸ ਮਾਮਲੇ ਬਾਰੇ ਜਾਂਚ ਪੜਤਾਲ ਕਰ ਰਹੀ ਹੈ। ਮਿਨੀਸੋਟਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਹੈ ਜਿੱਥੇ ਪਤੀ ਦੀ ਮੌਤ ਤੋਂ ਬਾਅਦ ਔਰਤ ਵੱਲੋਂ ਆਪਣੇ 3 ਬੱਚਿਆਂ ਨੂੰ ਅਤੇ ਖੁਦ ਨੂੰ ਪਾਣੀ ਵਿੱਚ ਡੁਬਾ ਲਿਆ ਗਿਆ, ਜਿਸ ਬਾਰੇ ਅਥਾਰਟੀਜ਼ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਹੁਣ ਆਫੀਸ਼ੀਅਲਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਅਥਾਰਟੀਜ਼ ਦਾ ਕਹਿਣਾ ਹੈ ਕਿ ਇਸ ਔਰਤ ਵੱਲੋਂ ਪਹਿਲਾਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਸੀ ਕਿ ਉਸਦੇ ਪਤੀ ਦੀ ਮੌਤ ਹੋ ਗਈ ਹੈ, ਜਿਸ ਬਾਰੇ ਉਸਨੇ ਪੁਲਿਸ ਨੂੰ ਰਿਪੋਰਟ ਦਿੱਤੀ। ਇਸ ਤੋਂ ਇੱਕ ਦਿਨ ਬਾਅਦ ਇਹਨਾਂ ਦੇ ਅਤੇ ਬੱਚਿਆਂ ਦੇ ਡੁੱਬਣ ਦਾ ਮਾਮਲਾ ਸਾਹਮਣੇ ਆ ਗਿਆ। ਹੁਣ ਪੁਲਿਸ ਵੱਲੋਂ ਇਸ ਬਾਰੇ ਜੋ ਜਾਣਕਾਰੀ ਸਾਂਝੀ ਕੀਤੀ ਗਈ, ਉਸ ਵਿੱਚ ਉਹਨਾਂ ਨੇ ਅਜੇ ਪੀੜਤਾਂ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ ਤੇ ਉਹਨਾਂ ਵੱਲੋਂ ਇਹਨਾਂ ਪਰਿਵਾਰਕ ਮੈਂਬਰਾਂ ਦੀ ਮੌਤ ਦੇ ਕਾਰਨ ਪਤਾ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਤੱਕ ਅਧਿਕਾਰੀਆਂ ਵੱਲੋਂ ਕਾਰਵਾਈ ਕਰਦਿਆਂ 3 ਬੱਚੇ ਅਤੇ ਮਾਂ ਦੀ ਲਾਸ਼ ਨੂੰ ਰਿਕਵਰ ਕਰ ਲਿਆ ਗਿਆ ਹੈ। ਪੁਲਿਸ ਦਾ ਮੰਨਣਾ ਹੈ ਕਿ ਇਹਨਾਂ ਦੇ ਪਿਤਾ ਨੂੰ ਗੋਲੀ ਲੱਗੀ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਿਤਾ ਦੀ ਪਹਿਚਾਣ ਜ਼ੀ ਦੇ ਤੌਰ ਤੇ ਦੱਸੀ ਗਈ, ਜਿਸ ਦੀ ਉਮਰ 27 ਸਾਲ ਦੇ ਕਰੀਬ ਹੈ। ਜਾਣਕਾਰੀ ਲਈ ਦੱਸ ਦਈਏ ਕਿ 10:30 ਵਜੇ ਦੇ ਕਰੀਬ ਮੇਪਲਵੁੱਡ ਪੁਲਿਸ ਨੂੰ ਪਹਿਲੀ ਵਾਰ ਘਰ ਵਿੱਚ ਬੁਲਾਇਆ ਗਿਆ ਸੀ, ਜਿੱਥੇ ਉਹਨਾਂ ਨੂੰ ਪਤੀ ਦੀ ਮੌਤ ਦੇ ਬਾਰੇ ਪਤਾ ਚੱਲਿਆ, ਜਿਸ ਦੀ ਮੌਤ ਗੋਲੀ ਲੱਗਣ ਦੇ ਕਾਰਨ ਦੱਸੀ ਜਾ ਰਹੀ ਹੈ। ਇਸ ਦੇ ਇੱਕ ਦਿਨ ਬਾਅਦ ਹੀ ਕਿਸੇ ਵੱਲੋਂ 911 ਦੇ ਉੱਪਰ ਕਾਲ ਕਰਕੇ ਪੁਲਿਸ ਨੂੰ ਜਾਣਕਾਰੀ ਦਿੱਤੀ, ਜਿੱਥੇ ਦੱਸਿਆ ਗਿਆ ਕਿ ਬੱਚੇ ਅਤੇ ਮਾਂ ਦੀ ਵੀ ਮੌਤ ਹੋ ਚੁੱਕੀ ਹੈ। ਉਸ ਵੇਲੇ ਤੋਂ ਹੀ ਪੁਲਿਸ ਵੱਲੋਂ ਇਸ ਮਾਮਲੇ ਦੇ ਸੰਬੰਧ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਗਈ ਤੇ ਹੁਣ ਬਾਕੀ ਦੀ ਜਾਣਕਾਰੀ ਉਹਨਾਂ ਵੱਲੋਂ ਬਾਅਦ ਵਿੱਚ ਦਿੱਤੀ ਜਾਏਗੀ, ਕਿਉਂਕਿ ਇਹ ਕਾਰਨ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਦੀ ਮੌਤ ਕਿਵੇਂ ਹੋਈ। ਯੰਗ ਲੀਡਰਸ ਨੂੰ ਕਮਲਾ ਹੈਰਿਸ ਵੱਲੋਂ ਇੱਕ ਖਾਸ ਸੁਨੇਹਾ ਦਿੱਤਾ ਗਿਆ। ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਉੱਪਰ ਇਸ ਬਾਰੇ ਇੱਕ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਕਮਲਾ ਹੈਰਿਸ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਨੇ। ਯੰਗ ਲੀਡਰਸ ਨਾਲ ਖਾਸ ਵਿਚਾਰ ਸਾਂਝੇ ਕਰਦੇ ਹੋਏ ਕਮਲਾ ਹੈਰਿਸ ਦਿਖਾਈ ਦਿੱਤੇ। ਉਹਨਾਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਇੱਕ ਪੋਸਟ ਸਾਂਝੀ ਕਰਦਿਆਂ ਆਪਣੇ ਵਿਚਾਰ ਦੱਸੇ ਨੇ, ਜਿੱਥੇ ਉਹਨਾਂ ਨੇ ਦੇਸ਼ ਦੇ ਯੰਗ ਲੀਡਰਸ ਨੂੰ ਸੁਨੇਹਾ ਦਿੱਤਾ ਹੈ। ਕਮਲਾ ਹੈਰਿਸ ਵੱਲੋਂ ਇਹ ਵੀਡੀਓ ਸੋਸ਼ਲ ਮੀਡੀਆ ਉੱਪਰ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਉਹਨਾਂ ਨੇ ਆਪਣੇ ਵਿਚਾਰ ਦੱਸੇ। ਇਸ ਵੀਡੀਓ ਰਾਹੀਂ ਯੰਗ ਲੀਡਰਸ ਨੂੰ ਕੀ ਕਹਿਣਾ ਹੈ ਕਮਲਾ ਹੈਰਿਸ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। Here's what I would encourage folks to do who want to be more active. First of all, use your voice to talk to the people in your life, your family members, your neighbors, the people you work with, about how issues are impacting you. Talk about how you know that if you were born like my goddaughter who's here in 2004, well, the world has put in dates around 2030 that we need to reduce greenhouse gas emissions, or we are looking at an inflection point. And so what that will mean for you and for your children and your grandchildren, speak that in a way that people understand that you have an immediate investment in the outcome of the issue. Similar when we're talking about what's happening in terms of the work that we're doing on something like maternal mortality, similar to what we're talking about in terms of voting, where they are taking the rights of people to be able to express their voice in a democracy through their vote. ਡਿਜ਼ਨੀਲੈਂਡ ਦੇ ਹੈਕਰਸ ਦਾ ਨਿਸ਼ਾਨਾ। ਹੈਕਰਸ ਵੱਲੋਂ ਡਿਜ਼ਨੀਲੈਂਡ ਦੇ ਇੰਸਟਾਗ੍ਰਾਮ ਤੇ ਫੇਸਬੁੱਕ ਅਕਾਊਂਟ ਦੇ ਉੱਪਰ ਕਬਜ਼ਾ ਕਰ ਲਿਆ ਗਿਆ, ਜਿਸ ਤੋਂ ਬਾਅਦ ਉਹਨਾਂ ਨੇ ਕਈ ਤਰ੍ਹਾਂ ਦੀਆਂ ਪੋਸਟਾਂ ਸਾਂਝੀਆਂ ਕੀਤੀਆਂ। ਇਹਨਾਂ ਪੋਸਟਾਂ ਵਿੱਚ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ, ਜਿਸ ਬਾਰੇ ਖੁਦ ਡਿਜ਼ਨੀਲੈਂਡ ਦੇ ਸਪੋਕਸਪਰਸਨ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਡਿਜ਼ਨੀਲੈਂਡ ਦਾ ਸੋਸ਼ਲ ਮੀਡੀਆ ਅਕਾਊਂਟ ਕਿਸੇ ਵੱਲੋਂ ਹੈਕ ਕਰ ਲਿਆ ਗਿਆ ਤੇ ਇਸ ਉੱਪਰ ਗਲਤ ਪੋਸਟਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਇਸ ਬਾਰੇ ਡਿਜ਼ਨੀਲੈਂਡ ਦੇ ਸਪੋਕਸਪਰਸਨ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਕਿਸੇ ਵੱਲੋਂ ਇੰਸਟਾਗ੍ਰਾਮ ਤੇ ਫੇਸਬੁੱਕ ਦੇ ਅਕਾਊਂਟ ਨਾਲ ਛੇੜਛਾੜ ਕੀਤੀ ਗਈ ਹੈ। ਦੱਸ ਦਈਏ ਕਿ ਕਿਸੇ ਵੱਲੋਂ ਡਿਜ਼ਨੀਲੈਂਡ ਦੇ ਇੰਸਟਾਗ੍ਰਾਮ ਤੇ ਫੇਸਬੁੱਕ ਦੇ ਪੇਜਾਂ ਨੂੰ ਹੈਕ ਕੀਤਾ ਗਿਆ। ਇਹਨਾਂ ਉੱਪਰ ਗਲਤ ਭਾਸ਼ਾ ਦੀ
ਵਰਤੋਂ ਕਰਦਿਆਂ ਗਲਤ ਪੋਸਟਾਂ ਸਾਂਝੀਆਂ ਕੀਤੀਆਂ ਗਈਆਂ। ਇਸ ਦੀ ਪੁਸ਼ਟੀ ਖੁਦ ਡਿਜ਼ਨੀਲੈਂਡ ਦੇ ਸਪੋਕਸਪਰਸਨ ਵੱਲੋਂ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਹੁਣ ਇਹਨਾਂ ਅਕਾਊਂਟਸ ਨੂੰ ਮੁੜ ਤੋਂ ਠੀਕ ਕਰ ਲਿਆ ਗਿਆ ਹੈ ਤੇ ਜਿਹੜੀਆਂ ਗਲਤ ਪੋਸਟਾਂ ਸਾਂਝੀਆਂ ਕੀਤੀਆਂ ਗਈਆਂ ਉਹਨਾਂ ਨੂੰ ਵੀ ਹਟਾ ਦਿੱਤਾ ਗਿਆ। ਇੰਨਾ ਹੀ ਨਹੀਂ, ਉਹਨਾਂ ਵੱਲੋਂ ਇਸ ਸੰਬੰਧ ਵਿੱਚ ਵਧੇਰੇ ਕੰਮ ਵੀ ਕੀਤਾ ਜਾ ਰਿਹਾ ਹੈ ਤਾਂ ਕਿ ਆਪਣੇ ਅਕਾਊਂਟਸ ਨੂੰ ਹੋਰ ਵੀ ਸੁਰੱਖਿਅਤ ਬਣਾਇਆ ਜਾ ਸਕੇ। ਹੁਣ ਸਿਕਿਉਰਿਟੀ ਟੀਮਸ ਵੱਲੋਂ ਇਸ ਸਭ ਸੰਬੰਧੀ ਜਾਂਚ ਪੜਤਾਲ ਵੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ 4:30 ਦੇ ਕਰੀਬ ਤੜਕੇ 4 ਪੋਸਟਾਂ ਇੰਸਟਾਗ੍ਰਾਮ ਅਕਾਊਂਟ ਦੇ ਉੱਪਰ ਨਜ਼ਰ ਆਈਆਂ, ਜਿਸ ਵਿੱਚ ਕੈਪਸ਼ਨ ਲਿਖਿਆ ਹੋਇਆ ਸੀ ਸੁਪਰ ਹੈਕਰ। ਇਹਨਾਂ ਪੋਸਟਾਂ ਰਾਹੀਂ ਕਿਹਾ ਗਿਆ ਕਿ ਇਸ ਸੁਪਰ ਹੈਕਰ ਵੱਲੋਂ ਬਦਲਾ ਲਿਆ ਜਾ ਰਿਹਾ ਹੈ। ਇਹਨਾਂ ਪੋਸਟਾਂ ਵਿੱਚ ਗਲਤ ਬੁਰੀ ਭਾਸ਼ਾ ਦੀ ਵਰਤੋਂ ਕੀਤੀ ਗਈ, ਜਿਸ ਵਿੱਚ ਕੋਵਿਡ-19 ਨੂੰ ਲੈ ਕੇ ਵੀ ਗੱਲਾਂ ਕਹੀਆਂ ਗਈਆਂ ਸਨ ਤੇ ਬਾਅਦ ਵਿੱਚ ਇਸ ਤਰ੍ਹਾਂ ਦੇ ਸਕਰੀਨਸ਼ਾਟ ਲਗਾਤਾਰ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਣ ਲੱਗੇ। ਜਾਣਕਾਰੀ ਮੁਤਾਬਕ ਇਸ ਪਾਰਕ ਦੇ ਸੋਸ਼ਲ ਮੀਡੀਆ ਅਕਾਊਂਟ ਉੱਪਰ 8.4 ਮਿਲੀਅਨ ਫਾਲੋਅਰਸ ਹਨ, ਜੋ ਕਿ ਰੋਜ਼ਾਨਾ ਇਸ ਦੀਆਂ ਪੋਸਟਾਂ ਦੇਖਦੇ ਨੇ। ਇਸ ਵਿੱਚ ਕੁਝ ਬੱਚੇ ਵੀ ਸ਼ਾਮਿਲ ਨੇ, ਪਰਿਵਾਰਕ ਮੈਂਬਰ ਵੀ ਸ਼ਾਮਿਲ ਨੇ, ਜਿਨ੍ਹਾਂ ਵੱਲੋਂ ਇਸ ਪਾਰਕ ਦੇ ਪੇਜ ਨੂੰ ਫੋਲੋ ਕੀਤਾ ਗਿਆ ਹੈ। ਇਹ ਸਨ ਕੁਝ ਖਬਰਾਂ ਜਿਹੜੀਆਂ ਅੱਜ ਦਾ ਦਿਨ ਅਮਰੀਕਾ ਤੋਂ ਸਾਹਮਣੇ ਆਈਆਂ। ਬਾਕੀ ਖਬਰਾਂ ਲਈ ਤੁਸੀਂ ਬਣੇ ਰਹੋ ਟੀਵੀ ਪੰਜਾਬ ਨਾਲ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ।